ਜੇ ਆਈ ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਬਹੁਤ ਹੀ ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਸੰਦੀਪ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਹਾਈ ਸਕੂਲ ਪਿੰਡੀ ਔਲਖ, ਜ਼ਿਲ੍ਹਾ ਅੰਮ੍ਰਿਤਸਰ। ਪਿਆਰੇ ਬੱਚਿਓ, ਆਪ ਸਭ ਜਾਣਦੇ ਹੀ ਹੋ ਕਿ ਅੱਜ ਸਾਰਾ ਸੰਸਾਰ ਕਰੋਨਾ ਮਹਾਮਾਰੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਬੱਚਿਓ, ਜਿੱਥੇ ਇਸ ਕਰੋਨਾ ਮਹਾਮਾਰੀ ਨੇ ਸਾਨੂੰ ਬਹੁਤ ਸਾਰੇ ਦੁੱਖ, ਕਸ਼ਟ, ਤਸੀਹੇ ਦਿੱਤੇ ਹਨ, ਉੱਥੇ ਹੀ ਇਸ ਕਰੋਨਾ ਸਮੇਂ ਵਿੱਚ ਸਾਡੀਆਂ ਬਹੁਤ ਸਾਰੀਆਂ ਸੀਮਾਵਾਂ ਸੀ ਜਿਹੜੀਆਂ ਉਹ ਸੰਭਾਵਨਾਵਾਂ ਵਿੱਚ ਬਦਲ ਗਈਆਂ। ਜਿਵੇਂ ਕਿ ਸਿੱਖਿਆ ਵਿਭਾਗ ਦਾ ਇਹ ਆਨਲਾਈਨ ਪੜ੍ਹਾਈ ਕਰਾਉਣ ਦਾ ਉਪਰਾਲਾ। ਬੱਚਿਓ, ਸਕੂਲ ਦੀਆਂ ਸਿਰਫ ਇਮਾਰਤਾਂ ਹੀ ਬੰਦ ਹਨ, ਸਕੂਲ ਤਾਂ ਚੱਲ ਰਹੇ ਹਨ, ਅਧਿਆਪਕ ਪੜ੍ਹਾ ਰਹੇ ਹਨ ਅਤੇ ਬੱਚੇ ਬਹੁਤ ਹੀ ਉਤਸ਼ਾਹ ਨਾਲ ਪੜ੍ਹ ਰਹੇ ਹਨ। ਬੱਚਿਓ, ਜੇਕਰ ਤੁਸੀਂ ਦੂਰ ਬੈਠੇ ਕਿਸੇ ਵਿਅਕਤੀ ਨਾਲ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਕਿੱਦਾਂ ਕਰੋਗੇ? ਸਰ, ਦੂਰ ਬੈਠੇ ਵਿਅਕਤੀਆਂ ਨਾਲ ਅਸੀਂ ਮੋਬਾਈਲ ਫੋਨ ਰਾਹੀਂ ਗੱਲਬਾਤ ਕਰਦੇ ਹਾਂ। ਮਨਦੀਪ ਬੇਟਾ, ਬਿਲਕੁਲ ਸਹੀ ਜਵਾਬ। ਦੂਰ ਬੈਠੇ ਵਿਅਕਤੀਆਂ ਨਾਲ ਅਸੀਂ ਮੋਬਾਈਲ ਫੋਨ ਰਾਹੀਂ ਗੱਲਬਾਤ ਕਰਦੇ ਹਾਂ। ਤਾਂ ਬੱਚਿਓ, ਅਗਲਾ ਸਵਾਲ ਹੈ ਕਿ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ ਤਾਂ ਦੂਰ ਬੈਠੇ ਵਿਅਕਤੀ ਇੱਕ ਦੂਜੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਸਨ? ਸਰ, ਜਦੋਂ ਮੋਬਾਈਲ ਨਹੀਂ ਸੀ ਹੁੰਦੇ ਤਾਂ ਉਦੋਂ ਵਿਅਕਤੀ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਪਾਉਂਦੇ ਸੀ। ਵੈਰੀ ਗੁੱਡ ਗੁਰਪ੍ਰੀਤ ਪੁੱਤਰ, ਬਿਲਕੁਲ ਸਹੀ ਕਿਹਾ। ਜਦੋਂ ਪੁਰਾਣੇ ਵਕਤ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਤਾਂ ਲੋਕ ਇੱਕ ਦੂਜੇ ਨੂੰ ਚਿੱਠੀਆਂ ਪਾਉਂਦੇ ਸੀ। ਬੱਚਿਓ, ਅਗਲਾ ਸਵਾਲ ਹੈ ਕਿ ਪੁਰਾਣੇ ਵਕਤ ਵਿੱਚ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਚਿੱਠੀ ਪਹੁੰਚਾਉਣ ਲਈ ਕਿਹੜਾ ਪੰਛੀ ਵਰਤਿਆ ਜਾਂਦਾ ਸੀ? ਸਰ ਜੀ, ਕਬੂਤਰ। ਸ਼ਾਬਾਸ਼ ਮਨਦੀਪ ਬੇਟਾ, ਬਿਲਕੁਲ ਸਹੀ ਜਵਾਬ। ਪੁਰਾਣੇ ਵਕਤ ਵਿੱਚ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਚਿੱਠੀਆਂ ਪਹੁੰਚਾਉਣ ਦਾ ਕੰਮ ਕਬੂਤਰ ਕਰਦਾ ਸੀ। ਅਗਲਾ ਸਵਾਲ, ਬੱਚਿਓ, ਚਿੱਠੀ ਪੱਤਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਨਹੀਂ ਸਰ, ਇਹ ਨਹੀਂ ਪਤਾ। ਸਰ, ਮੈਨੂੰ ਵੀ ਨਹੀਂ ਪਤਾ ਇਹਦਾ। ਬੱਚਿਓ, ਸੂਚਨਾ ਦੇ ਖੇਤਰ ਵਿੱਚ ਆਈ ਕ੍ਰਾਂਤੀ ਨੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲੈ ਆਂਦੀ ਹੈ। ਪਰੰਪਰਾਗਤ ਚਿੱਠੀ ਪੱਤਰ ਦੀ ਥਾਂ ਮੋਬਾਈਲ ਫੋਨ, ਇੰਟਰਨੈਟ ਅਤੇ ਈਮੇਲ ਨੇ ਲੈ ਲਈ ਪ੍ਰਤੀਤ ਹੁੰਦੀ ਹੈ, ਪਰੰਤੂ ਫਿਰ ਵੀ ਸਾਡੇ ਜੀਵਨ ਵਿੱਚ ਚਿੱਠੀ ਪੱਤਰ ਦੀ ਬਹੁਤ ਮਹੱਤਤਾ ਹੈ। ਸਕੂਲ ਪੜ੍ਹਦਿਆਂ ਦਾਖਲਾ ਲੈਣ, ਛੁੱਟੀ ਲੈਣ, ਸੈਕਸ਼ਨ ਬਦਲਣ, ਮੈਚ ਖੇਡਣ ਜਾਂ ਦੇਖਣ ਦੀ ਆਗਿਆ ਲੈਣ, ਟੂਰ 'ਤੇ ਜਾਣ ਦੀ ਮਨਜ਼ੂਰੀ ਲੈਣ ਆਦਿ ਵਿਸ਼ਿਆਂ ਲਈ ਬਿਨੈ ਪੱਤਰ ਲਿਖਣੇ ਪੈਂਦੇ ਹਨ। ਆਮ ਜੀਵਨ ਵਿੱਚ ਪੰਚਾਇਤ, ਬਲਾਕ, ਮਿਊਨਿਸਪਲ ਕਮੇਟੀ, ਕਾਰਪੋਰੇਸ਼ਨ, ਥਾਣਾ, ਤਹਿਸੀਲ, ਜ਼ਿਲ੍ਹਾ, ਪ੍ਰਾਂਤ, ਦੇਸ਼ ਆਦਿ ਤੱਕ ਦੇ ਮੁਖੀਆਂ ਨੂੰ ਕਿਸੇ ਨਾ ਕਿਸੇ ਕੰਮ ਲਈ ਪੱਤਰ ਲਿਖਣ ਦੀ ਲੋੜ ਪੈਂਦੀ ਹੈ। ਵਪਾਰਿਕ ਕੰਮਾਂ ਕਾਰਾਂ ਵਿੱਚ ਤਾਂ ਪੱਤਰਾਂ ਰਾਹੀਂ ਲੱਖਾਂ ਕਰੋੜਾਂ ਦਾ ਵਣਜ ਵਪਾਰ ਹੁੰਦਾ ਹੈ। ਨਿੱਜੀ ਜੀਵਨ ਵਿੱਚ ਮਿੱਤਰਾਂ, ਸਹੇਲੀਆਂ, ਦੂਰ ਰਹਿੰਦੇ ਸਾਕ ਸੰਬੰਧੀਆਂ ਅਤੇ ਹੋਰ ਜਾਣਕਾਰਾਂ ਨੂੰ ਕਈ ਭਾਂਤ ਦੀਆਂ ਸੂਚਨਾਵਾਂ ਦੇਣ ਲੈਣ ਲਈ, ਸਮੱਸਿਆਵਾਂ ਵਿਚਾਰਨ ਲਈ ਅਤੇ ਆਪਸੀ ਰਾਬਤਾ ਕਾਇਮ ਰੱਖਣ ਲਈ ਪੱਤਰ ਲਿਖੇ ਜਾਂਦੇ ਹਨ। ਦੂਰ ਦਰੇਡੀਆਂ ਥਾਵਾਂ 'ਤੇ ਆਪ ਪੁੱਜਣ ਦੀ ਬਜਾਏ ਬਹੁਤੇ ਕੰਮ ਚਿੱਠੀ ਪੱਤਰ ਰਾਹੀਂ ਨੇਪਰੇ ਚਾੜ੍ਹ ਲਏ ਜਾਂਦੇ ਰਹੇ ਹਨ। ਇਸ ਲਈ ਬੱਚਿਓ, ਚਿੱਠੀ ਪੱਤਰ ਸਮੇਂ ਤੇ ਸਥਾਨ ਦੀ ਵਿੱਥ ਨੂੰ ਖਤਮ ਕਰਨ ਵਿੱਚ ਪੂਰਨ ਰੂਪ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਨਿੱਜੀ ਜੀਵਨ ਵਿੱਚ ਤਾਂ ਚਿੱਠੀ ਪੱਤਰ ਰਾਹੀਂ ਸੰਪਰਕ ਹੋਣ ਨੂੰ ਅੱਧਾ ਮਿਲਾਪ ਕਿਹਾ ਜਾਂਦਾ ਰਿਹਾ ਹੈ। ਚਿੱਠੀ ਪੱਤਰ ਸਾਡੇ ਆਪਸੀ ਮੇਲ-ਜੋਲ ਤੇ ਵਰਤੋਂ ਵਿਹਾਰ ਦਾ ਅਹਿਮ ਹਿੱਸਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਪੁਰਾਣੇ ਸਮੇਂ ਵਿੱਚ ਜਦੋਂ ਦਰੱਖਤਾਂ ਦੇ ਪੱਤਿਆਂ ਦੇ ਉੱਪਰ ਸੰਦੇਸ਼ ਲਿਖ ਕੇ ਭੇਜਿਆ ਜਾਂਦਾ ਸੀ ਤਾਂ ਸ਼ਾਇਦ ਉਹਨਾਂ ਪੱਤਰਾਂ ਜਾਂ ਪੱਤਿਆਂ ਦੇ ਆਧਾਰ 'ਤੇ ਹੀ ਇਸ ਦਾ ਨਾਂ ਪੱਤਰ ਪਿਆ ਹੋਵੇਗਾ।
ਭਾਵੇਂ ਕੁਝ ਵੀ ਹੋਵੇ, ਚਿੱਠੀ ਪੱਤਰਾਂ ਦਾ ਜ਼ਿਕਰ ਪੁਰਾਣੇ ਸਮੇਂ ਤੋਂ ਹੀ ਸਾਡੇ ਸਮਾਜ, ਸਾਹਿਤ, ਸਾਡੇ ਸੱਭਿਆਚਾਰ ਦਾ ਅਨਿੱਖੜ ਅੰਗ ਰਿਹਾ ਹੈ। ਜਿਵੇਂ ਕਿ ਪੰਜਾਬੀ ਦੇ ਮਕਬੂਲ ਸ਼ਾਇਰ ਡਾਕਟਰ ਸੁਰਜੀਤ ਪਾਤਰ ਜੀ ਲਿਖਦੇ ਹਨ, ਖਤ ਆਵੇਗਾ ਰਾਤ ਬਰਾਤੇ, ਖਤ ਆਵੇਗਾ ਅੰਮੀ ਦਾ, ਪੁੱਤਰਾ ਇੰਜ ਨਹੀਂ ਭੁੱਲ ਜਾਈਦਾ, ਜਿਹੜੀ ਕੁੱਖੋਂ ਜੰਮੀ ਦਾ, ਖੜਾ ਖੜੋਤਾ ਹਾਲ ਤਾਂ ਪੁੱਛ ਜਾ, ਬੁੱਢੀ ਜਾਨ ਨਿਕੰਮੀ ਦਾ, ਉਮਰਾਂ ਵਾਂਗੂ ਅੰਤ ਨਹੀਂ ਹੋਣਾ, ਕਿਤੇ ਉਦਾਸੀ ਲੰਮੀ ਦਾ, ਇਸ ਨਗਰੀ ਤੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲਹਿੰਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ, ਸਿਖਰ ਦੁਪਹਿਰੇ ਰਹਿੰਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ, ਸਿਖਰ ਦੁਪਹਿਰੇ ਰਹਿੰਦੀ ਹੈ। ਸਾਡੀਆਂ ਲੋਕ ਬੋਲੀਆਂ ਵਿੱਚ ਵੀ ਚਿੱਠੀ ਪੱਤਰ ਦਾ ਜ਼ਿਕਰ ਸਹਿਜੇ ਹੀ ਮਿਲ ਜਾਂਦਾ ਹੈ। ਸਾਡੇ ਗੀਤ, ਲੋਕ ਗੀਤ ਚਿੱਠੀ ਪੱਤਰ ਦੀ ਸਾਡੇ ਜੀਵਨ ਵਿੱਚ ਅਹਿਮੀਅਤ ਦੀ ਗਵਾਹੀ ਭਰਦੇ ਹਨ। ਜਿਵੇਂ ਭੈਣ ਲਿਖਦੀ ਹੈ, ਚਿੱਠੀ ਪਾਈ ਅੰਮੀ ਦਿਆ ਜਾਇਆ, ਭੈਣ ਪਰਦੇਸਣ ਨੂੰ। ਸਾਡੇ ਜੀਵਨ ਵਿੱਚ ਵੀ ਇਹ ਆਖਿਆ ਜਾਂਦਾ ਹੈ ਕਿ ਅਸੀਂ ਰਿਸ਼ਤੇਦਾਰਾਂ ਤੋਂ ਤਾਂ ਟੁੱਟ ਸਕਦੇ ਹਾਂ, ਪਰ ਕਦੇ ਡਾਕੀਏ ਤੋਂ ਨਹੀਂ ਟੁੱਟ ਸਕਦੇ, ਕਿਉਂਕਿ ਡਾਕੀਏ ਨੇ ਸਾਡੇ ਕੋਲ ਸੁੱਖ ਸੁਨੇਹੇ ਪਹੁੰਚਾਉਣੇ ਹੁੰਦੇ ਹਨ ਅਤੇ ਸਾਡੇ ਸੁੱਖ ਸੁਨੇਹੇ ਕਿਸੇ ਨੂੰ ਦੇਣੇ ਹੁੰਦੇ ਹਨ। ਸਿਰਫ ਸੁੱਖ ਸੁਨੇਹੇ ਹੀ ਨਹੀਂ, ਬਲਕਿ ਦੁੱਖ ਭਰੇ ਸੁਨੇਹੇ ਵੀ ਚਿੱਠੀ ਰਾਹੀਂ ਸਾਂਝੇ ਕੀਤੇ ਜਾਂਦੇ ਹਨ। ਅੱਜ ਵੀ ਕੁਝ ਲੋਕ ਹਨ ਜੋ ਮੋਬਾਈਲ ਦੇ ਜ਼ਮਾਨੇ ਵਿੱਚ ਵੀ ਚਿੱਠੀ ਪੱਤਰ ਨੂੰ ਮਹੱਤਤਾ ਦਿੰਦੇ ਹਨ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਚਿੱਠੀ ਪੱਤਰ ਰਾਹੀਂ ਅਸੀਂ ਆਪਣੇ ਹਾਵ ਭਾਵ, ਵਿਚਾਰ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਾਂ। ਜੇ ਅਸੀਂ ਕਿਸੇ ਸਮੱਸਿਆ ਬਾਰੇ ਕਾਰ ਵਿਹਾਰ ਦੇ ਪੱਤਰ ਦੀ ਗੱਲ ਕਰੀਏ ਤਾਂ ਅਸੀਂ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅਜੇ ਵੀ ਪੱਤਰ ਦੀ ਵਰਤੋਂ ਕਰਦੇ ਹਾਂ। ਪੱਤਰ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ, ਜਦਕਿ ਮੋਬਾਈਲ ਦੁਆਰਾ ਕੀਤੇ ਗਏ ਮੈਸੇਜ ਨੂੰ ਉਨਾ ਵਿਸ਼ਵਾਸਯੋਗ ਨਹੀਂ ਮੰਨਿਆ ਜਾਂਦਾ। ਇੱਕ ਸਬੂਤ ਦੇ ਤੌਰ 'ਤੇ ਅੱਜ ਵੀ ਸਰਕਾਰੀ ਦਰਬਾਰੇ ਕਿਸੇ ਵਿਭਾਗ ਨੂੰ ਪੱਤਰ ਲਿਖ ਕੇ ਹੀ ਅਸੀਂ ਆਪਣੀ ਸ਼ਿਕਾਇਤ ਜਾਂ ਕਿਸੇ ਸਮੱਸਿਆ ਵੱਲ ਉੱਚ ਅਧਿਕਾਰੀਆਂ ਦਾ ਧਿਆਨ ਦਿਵਾਉਂਦੇ ਹਾਂ। ਜਿਵੇਂ ਕਿ ਬੱਚਿਓ, ਅੱਜ ਅਸੀਂ ਪੱਤਰ ਕਰ ਰਹੇ ਹਾਂ ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਸੰਬੰਧੀ। ਇਹ ਪੱਤਰ ਜਦੋਂ ਅਸੀਂ ਸੰਬੰਧਿਤ ਅਧਿਕਾਰੀ ਨੂੰ ਲਿਖਾਂਗੇ ਤਾਂ ਇਹ ਸਬੂਤ ਹੋਵੇਗਾ ਅਤੇ ਇਸ 'ਤੇ ਕਾਰਵਾਈ ਕਰਨੀ ਹੋਰ ਵੀ ਯਕੀਨੀ ਹੋ ਜਾਵੇਗੀ। ਸੋ ਬੱਚਿਓ, ਪੱਤਰ ਦੀ ਅੱਜ ਵੀ ਬਹੁਤ ਮਹੱਤਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਦੀ ਮਹੱਤਤਾ ਬਣੀ ਰਹੇਗੀ। ਬੱਚਿਓ, ਚਿੱਠੀ ਪੱਤਰ ਲਿਖਣਾ ਵੀ ਇੱਕ ਕਲਾ ਹੈ। ਚਿੱਠੀ ਪੱਤਰ ਲਿਖਣ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਹੁਣ ਇਹਨਾਂ ਧਿਆਨ ਦੇਣ ਯੋਗ ਗੱਲਾਂ ਨੂੰ ਜਾਣੀਏ ਕਿ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਬੱਚਿਓ, ਚਿੱਠੀ ਪੱਤਰ ਲਿਖਣ ਸਮੇਂ ਲਿਖਾਈ ਜਿਹੜੀ ਹੈ ਸਾਡੀ ਸੁੰਦਰ ਹੋਣੀ ਚਾਹੀਦੀ ਹੈ ਅਤੇ ਲਿਖਾਈ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਲਿਖਾਈ ਸਾਡੀ ਸੁੰਦਰ ਹੋਣੀ ਚਾਹੀਦੀ ਹੈ। ਲਿਖਾਈ ਇਹ ਨਾ ਹੋਵੇ ਕਿ ਸਾਡੀ ਲਿਖੀ ਗੱਲ ਸਾਹਮਣੇ ਵਾਲਾ ਜਿਸ ਨੂੰ ਅਸੀਂ ਚਿੱਠੀ ਲਿਖ ਰਹੇ ਹਾਂ ਉਹ ਪੜ੍ਹ ਹੀ ਨਾ ਪਾਵੇ। ਇਸ ਕਰਕੇ ਲਿਖਾਈ ਨੂੰ ਸਾਫ਼ ਸੁੰਦਰ ਲਿਖਣਾ ਚਾਹੀਦਾ ਹੈ। ਅਗਲੀ ਗੱਲ ਬੱਚਿਓ, ਸ਼ਬਦ ਜੋੜ ਸ਼ੁੱਧ ਹੋਵਣ। ਸ਼ਬਦ ਜੋੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿੱਥੇ ਬਿੰਦੀ ਲਗਾਉਣੀ ਹੈ, ਕਿੱਥੇ ਅੱਧਕ ਲਗਾਉਣਾ ਹੈ। ਸ਼ਬਦ ਜੋੜ ਗਲਤ ਜਿਹੜੇ ਨੇ ਉਹ ਗਲਤ ਅਰਥ ਦੇਣਗੇ। ਅਗਲੀ ਗੱਲ ਕਿ ਚਿੱਠੀ ਦਾ ਵਿਸ਼ਾ ਸਪਸ਼ਟ ਹੋਣਾ ਚਾਹੀਦਾ ਹੈ। ਤੁਸੀਂ ਜਿਸ ਵਿਸ਼ੇ ਬਾਰੇ ਚਿੱਠੀ ਲਿਖ ਰਹੇ ਹੋ ਉਸ ਵਿਸ਼ੇ ਬਾਰੇ ਹੀ ਚਿੱਠੀ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇ। ਚਿੱਠੀ ਵਿੱਚ ਬੱਚਿਓ ਕਾਂਟ ਛਾਂਟ ਨਹੀਂ ਹੋਣੀ ਚਾਹੀਦੀ। ਚਿੱਠੀ ਸਾਫ਼ ਲਿਖੀ ਜਾਣੀ ਚਾਹੀਦੀ ਹੈ। ਸਾਫ਼ ਲਿਖੀ ਚਿੱਠੀ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਬੱਚਿਓ, ਛੋਟੇ ਵਾਕਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਚਿੱਠੀ ਵਿੱਚ ਬਹੁਤੇ ਵੱਡੇ ਵੱਡੇ ਵਾਕ ਨਹੀਂ ਲਿਖਣੇ ਚਾਹੀਦੇ। ਬੱਚਿਓ, ਚਿੱਠੀ ਦੀ ਸ਼ਬਦਾਵਲੀ ਸੌਖੀ ਹੋਣੀ ਚਾਹੀਦੀ ਹੈ ਤਾਂ ਜੋ ਪੜ੍ਹਨ ਵਾਲੇ ਨੂੰ ਸੌਖੀ ਸਮਝ ਆ ਜਾਵੇ। ਬੱਚਿਓ, ਚਿੱਠੀ ਨੂੰ ਲਿਖਣ ਸਮੇਂ ਵਿਸ਼ਰਾਮ ਚਿੰਨ੍ਹਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਵਿਸ਼ਰਾਮ ਚਿੰਨ੍ਹ ਸਹੀ ਜਗ੍ਹਾ 'ਤੇ ਨਹੀਂ ਲਗਾਵਾਂਗੇ ਤਾਂ ਚਿੱਠੀ ਵਿਚਲੇ ਅਰਥਾਂ ਦਾ ਅਨਰਥ ਹੋ ਜਾਵੇਗਾ। ਤਾਂ ਆਓ ਇੱਥੇ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਂਦਾ ਹਾਂ। ਤਾਂ ਇੱਕ ਮੈਂ ਵਾਕ ਲਿਖਦਾ ਹਾਂ, ਚੋਰ ਨੂੰ ਫੜੋ ਨਾ ਜਾਣ ਦਿਓ। ਤਾਂ ਹੁਣ ਇਸ ਵਿੱਚ ਮੈਂ ਕੌਮਾ ਵਿਸ਼ਰਾਮ ਚਿੰਨ੍ਹ ਲਗਾਵਾਂਗਾ। ਚੋਰ ਨੂੰ ਫੜੋ ਨਾ, ਹੁਣ ਜਾਣ ਦਿਓ ਡੰਡੀ। ਜਦੋਂ ਮੈਂ ਇਸ ਨੂੰ ਪੜ੍ਹਾਂਗਾ, ਚੋਰ ਨੂੰ ਫੜੋ ਨਾ ਜਾਣ ਦਿਓ, ਤਾਂ ਇਸ ਦਾ ਅਰਥ ਇਹ ਬਣੇਗਾ ਕਿ ਚੋਰ ਨੂੰ ਫੜੋ ਨਾ, ਪਕੜੋ ਨਾ, ਉਸ ਨੂੰ ਚਲੇ ਜਾਣ ਦਿਓ। ਤਾਂ ਹੁਣ ਅਗਲੀ ਲਾਈਨ ਦੇਖੋ, ਅਗਲੀ ਸਤਰ ਵਿੱਚ ਦੇਖੋ, ਚੋਰ ਨੂੰ ਫੜੋ ਕੌਮਾ ਨਾ ਜਾਣ ਦਿਓ ਡੰਡੀ। ਤਾਂ ਹੁਣ ਇਸ ਦਾ ਕੀ ਅਰਥ ਬਣਿਆ? ਚੋਰ ਨੂੰ ਫੜੋ ਨਾ ਜਾਣ ਦਿਓ, ਭਾਵ ਕਿ ਚੋਰ ਨੂੰ ਪਕੜ ਲਵੋ, ਉਸ ਨੂੰ ਫੜ ਲਵੋ, ਉਸ ਨੂੰ ਜਾਣ ਨਾ ਦਿਓ।
ਤਾਂ ਹੁਣ ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਵਿਸ਼ਰਾਮ ਚਿੰਨ੍ਹਾਂ ਦੀ ਕਿੰਨੀ ਮਹੱਤਤਾ ਹੈ। ਜੇਕਰ ਬੱਚਿਓ ਅਸੀਂ ਵਿਸ਼ਰਾਮ ਚਿੰਨ੍ਹਾਂ ਦੀ ਢੁਕਵੀਂ ਵਰਤੋਂ ਨਹੀਂ ਕਰਾਂਗੇ ਤਾਂ ਅਰਥਾਂ ਦੇ ਅਨਰਥ ਹੋ ਜਾਣਗੇ। ਤਾਂ ਉਸ ਤੋਂ ਅਗਲੀ ਗੱਲ ਬੱਚਿਓ, ਸਾਨੂੰ ਚਿੱਠੀ ਵਿੱਚ ਪੈਰੇ ਬਣਾਉਣੇ ਚਾਹੀਦੇ ਹਨ। ਇੱਕ ਪੈਰੇ ਵਿੱਚ ਬੱਚਿਓ ਇੱਕ ਵਿਚਾਰ ਹੀ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਇੱਕ ਪੈਰੇ ਦੇ ਵਿੱਚ ਹੀ ਤੁਸੀਂ ਆਪਣੀ ਸਾਰੀ ਗੱਲ ਮੁਕਾ ਦੇਵੋ। ਇਸ ਨਾਲ ਚਿੱਠੀ ਪ੍ਰਭਾਵਸ਼ਾਲੀ ਨਹੀਂ ਲੱਗਦੀ। ਇਸ ਨਾਲ ਪੜ੍ਹਨ ਵਾਲੇ 'ਤੇ ਬਹੁਤਾ ਚੰਗਾ ਪ੍ਰਭਾਵ ਨਹੀਂ ਪੈਂਦਾ। ਤਾਂ ਅਗਲੀ ਗੱਲ ਬੱਚਿਓ, ਜਿਸ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਸ ਅਧਿਕਾਰੀ ਨੂੰ ਜਾਂ ਜਿਸ ਵਿਅਕਤੀ ਨੂੰ ਤੁਸੀਂ ਚਿੱਠੀ ਜਾਂ ਬਿਨੈ ਪੱਤਰ ਲਿਖ ਰਹੇ ਹੋ, ਉਸ ਦਾ ਅਹੁਦਾ ਅਤੇ ਉਸ ਦੇ ਪਤੇ ਬਾਰੇ ਤੁਹਾਨੂੰ ਸਟੀਕ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਦੇ ਅਹੁਦੇ ਬਾਰੇ ਅਤੇ ਉਹਦੇ ਪਤੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਤਾਂ ਜੋ ਤੁਹਾਡੀ ਚਿੱਠੀ ਸਹੀ ਸਥਾਨ 'ਤੇ ਪਹੁੰਚ ਜਾਵੇ। ਅਗਲੀ ਗੱਲ ਬੱਚਿਓ ਕਿ ਚਿੱਠੀ ਜਾਂ ਬਿਨੈ ਪੱਤਰ ਵਿੱਚ ਢੁਕਵੀਂ ਥਾਂ 'ਤੇ ਮਿਤੀ ਜ਼ਰੂਰ ਲਿਖਣੀ ਚਾਹੀਦੀ ਹੈ। ਮਿਤੀ ਦਾ ਬੱਚਿਓ ਖਾਸ ਧਿਆਨ ਰੱਖਣਾ ਹੈ। ਤਾਂ ਅਗਲੀ ਗੱਲ ਬੱਚਿਓ, ਪੱਤਰ 'ਤੇ ਜਾਂ ਚਿੱਠੀ ਦੇ ਅਖੀਰ 'ਤੇ ਆਪਣਾ ਨਾਂ ਅਤੇ ਪਤਾ ਜ਼ਰੂਰ ਲਿਖਣਾ ਚਾਹੀਦਾ ਹੈ, ਤਾਂ ਜੋ ਪੜ੍ਹਨ ਵਾਲੇ ਨੂੰ ਪਤਾ ਲੱਗੇ ਕਿ ਇਹ ਚਿੱਠੀ ਕਿਸ ਦੁਆਰਾ ਲਿਖੀ ਗਈ ਹੈ। ਬੱਚਿਓ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਵਿਚਰਦਿਆਂ ਮਨੁੱਖ ਆਪਣੇ ਦੁੱਖ ਸੁੱਖ ਆਪਣੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਸਕੇ ਸੰਬੰਧੀਆਂ ਅਤੇ ਹੋਰ ਨਜ਼ਦੀਕੀਆਂ ਨਾਲ ਸਾਂਝੇ ਕਰਦਾ ਹੈ। ਮਨੁੱਖ ਇੱਕ ਦੂਸਰੇ ਨਾਲ ਲੋੜਵੰਦ ਚੀਜ਼ਾਂ ਦਾ ਲੈਣ ਦੇਣ ਵੀ ਕਰਦਾ ਹੈ ਅਤੇ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਾਉਂਦਾ ਹੈ। ਜਦੋਂ ਇਹ ਸਭ ਕੁਝ ਆਮੋ ਸਾਹਮਣੇ ਬੈਠ ਕੇ ਸੰਭਵ ਨਾ ਹੋਵੇ ਤਾਂ ਉਸ ਵਕਤ ਉਹ ਸੰਚਾਰ ਦੇ ਸਾਧਨਾਂ ਦੀ ਵਰਤੋਂ ਕਰਦਾ ਹੈ। ਉਸ ਵੇਲੇ ਮਨੁੱਖ ਆਪਣੇ ਦੁੱਖ ਸੁੱਖ ਮੰਗਾਂ ਆਪਣੀਆਂ ਸ਼ਿਕਾਇਤਾਂ ਪੱਤਰਾਂ ਰਾਹੀਂ ਦੂਜਿਆਂ ਤੱਕ ਪਹੁੰਚਾਉਂਦਾ ਹੈ। ਤਾਂ ਆਓ ਬੱਚਿਓ, ਅੱਜ ਅਸੀਂ ਪੱਤਰ ਰਚਨਾ ਕਰਨੀ ਸਿੱਖਦੇ ਹਾਂ। ਬੱਚਿਓ, ਪੱਤਰ 3 ਤਰ੍ਹਾਂ ਦੇ ਹੁੰਦੇ ਹਨ: ਨਿੱਜੀ ਪੱਤਰ, ਦਫ਼ਤਰੀ ਪੱਤਰ ਅਤੇ ਵਪਾਰਕ ਪੱਤਰ। ਨਿੱਜੀ ਪੱਤਰ ਬੱਚਿਓ, ਨਿੱਜੀ ਪੱਤਰ ਚਿੱਠੀ ਪੱਤਰ ਹੁੰਦੇ ਹਨ। ਇਹ ਪੱਤਰ ਅਸੀਂ ਆਪਣੇ ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਹੋਰ ਨਜ਼ਦੀਕੀਆਂ ਨੂੰ ਲਿਖਦੇ ਹਾਂ। ਇਹਨਾਂ ਪੱਤਰਾਂ ਵਿੱਚ ਨਿੱਜੀ ਦੁੱਖ ਸੁੱਖ ਫਰੋਲਿਆ ਜਾਂਦਾ ਹੈ। ਪੱਤਰ ਲਿਖਦੇ ਜਾਂ ਪੜ੍ਹਦੇ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਆਮੋ ਸਾਹਮਣੇ ਬਹਿ ਕੇ ਗੱਲਬਾਤ ਕਰ ਰਹੇ ਹੋਈਏ। ਇਸੇ ਕਰਕੇ ਚਿੱਠੀ ਪੱਤਰ ਨੂੰ ਅੱਧੀ ਮੁਲਾਕਾਤ ਵੀ ਕਿਹਾ ਜਾਂਦਾ ਹੈ। ਤਾਂ ਅਗਲਾ ਪੱਤਰ ਹੈ ਬੱਚਿਓ ਦਫ਼ਤਰੀ ਪੱਤਰ। ਦਫ਼ਤਰੀ ਪੱਤਰ ਦਫ਼ਤਰਾਂ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ। ਇਹ 2 ਤਰ੍ਹਾਂ ਦੇ ਹੁੰਦੇ ਹਨ: ਸਰਕਾਰੀ ਦਫ਼ਤਰੀ ਪੱਤਰ ਅਤੇ ਗੈਰ ਸਰਕਾਰੀ ਦਫ਼ਤਰੀ ਪੱਤਰ। ਸਰਕਾਰੀ ਦਫ਼ਤਰੀ ਪੱਤਰ ਸਰਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ, ਜਿਵੇਂ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ, ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ, ਪੁਲਿਸ ਕਮਿਸ਼ਨਰ ਨੂੰ ਆਦਿ। ਅਤੇ ਗੈਰ ਸਰਕਾਰੀ ਦਫ਼ਤਰੀ ਪੱਤਰ, ਗੈਰ ਸਰਕਾਰੀ ਦਫ਼ਤਰੀ ਪੱਤਰ ਨਿੱਜੀ ਅਦਾਰਿਆਂ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ, ਜਿਵੇਂ ਅਖਬਾਰ ਦੇ ਸੰਪਾਦਕ ਨੂੰ, ਪੁਸਤਕ ਵਿਕਰੇਤਾ ਨੂੰ ਆਦਿ। ਤੀਜੀ ਤਰ੍ਹਾਂ ਦੇ ਪੱਤਰ ਹੁੰਦੇ ਨੇ ਵਪਾਰਕ ਪੱਤਰ। ਇਹ ਪੱਤਰ ਵਪਾਰਿਕ ਅਦਾਰਿਆਂ ਨਾਲ ਜੁੜੇ ਵਿਅਕਤੀਆਂ ਨੂੰ ਵਪਾਰ ਦੇ ਲੈਣ ਦੇਣ ਜਾਂ ਵਪਾਰ ਦੇ ਕਿਸੇ ਵੀ ਸੰਬੰਧ ਵਿੱਚ ਲਿਖੇ ਜਾਂਦੇ ਹਨ। ਬੱਚਿਓ, ਅੱਜ ਅਸੀਂ ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖਾਂਗੇ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ। ਬੱਚਿਓ, ਸਭ ਤੋਂ ਪਹਿਲੀ ਸਤਰ ਵਿੱਚ ਅਸੀਂ ਸੇਵਾ ਵਿਖੇ ਲਿਖਾਂਗੇ, ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬਹੁਤੇ ਬੱਚੇ ਕਈ ਵਾਰੀ ਕੀ ਹੁੰਦਾ ਕਿ ਸੇਵਾ ਵਿਖੇ ਬਾਅਦ ਤੋਂ ਕੌਮਾ ਲਾ ਦਿੰਦੇ ਆ। ਬੱਚਿਓ, ਸੇਵਾ ਵਿਖੇ ਤੋਂ ਬਾਅਦ ਕਦੇ ਵੀ ਜ਼ਿੰਦਗੀ ਵਿੱਚ ਯਾਦ ਰੱਖਣਾ, ਕੌਮਾ ਨਹੀਂ ਲਗਾਉਣਾ ਹੈ। ਪਹਿਲੀ ਸਤਰ ਵਿੱਚ ਸਿਰਫ ਤੇ ਸਿਰਫ ਸੇਵਾ ਵਿਖੇ ਹੀ ਲਿਖਣਾ ਹੈ। ਬੱਚਿਓ, ਅਗਲੀ ਸਤਰ ਵਿੱਚ ਅਸੀਂ ਜਿਸ ਅਧਿਕਾਰੀ ਨੂੰ ਪੱਤਰ ਲਿਖਣਾ ਹੈ ਉਸ ਅਧਿਕਾਰੀ ਦਾ ਅਹੁਦਾ ਲਿਖਾਂਗੇ। ਜਿਵੇਂ ਕਿ ਅਸੀਂ ਅੱਜ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਰਹੇ ਹਾਂ, ਤਾਂ ਅਸੀਂ ਅਗਲੀ ਸਤਰ ਵਿੱਚ ਭਾਵ ਕਿ ਦੂਸਰੀ ਸਤਰ ਵਿੱਚ ਸੰਪਾਦਕ ਸਾਹਿਬ ਲਿਖਾਂਗੇ ਅਤੇ ਸੰਪਾਦਕ ਸਾਹਿਬ ਲਿਖਣ ਤੋਂ ਬਾਅਦ ਅਸੀਂ ਕੌਮਾ ਲਗਾਵਾਂਗੇ। ਇੱਥੇ ਇਹ ਗੱਲ ਬੱਚਿਓ ਬਹੁਤ ਧਿਆਨ ਵਿੱਚ ਰੱਖਣੀ ਹੈ, ਸੇਵਾ ਵਿਖੇ ਤੋਂ ਬਾਅਦ ਕੌਮਾ ਨਹੀਂ ਲਗਾਉਣਾ ਹੈ। ਅਗਲੀ ਸਤਰ ਵਿੱਚ ਜਦੋਂ ਅਸੀਂ ਅਧਿਕਾਰੀ ਦਾ ਅਹੁਦਾ ਲਿਖਾਂਗੇ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਉਹ ਕੌਮਾ ਜ਼ਰੂਰ ਲਗਾਉਣਾ ਹੈ। ਇੱਥੇ ਅਸੀਂ ਸੰਪਾਦਕ ਨੂੰ ਪੱਤਰ ਲਿਖ ਰਹੇ ਹਾਂ ਤਾਂ ਸਾਹਿਬ ਅਸੀਂ ਉਹ ਜਿਹੜਾ ਉਸ ਦੇ ਆਦਰ ਵਿੱਚ ਲਿਖ ਰਹੇ ਹਾਂ। ਅਸੀਂ ਇੱਥੇ ਲਿਖ ਰਹੇ ਹਾਂ ਸੰਪਾਦਕ ਸਾਹਿਬ ਕੌਮਾ। ਅਗਲੀ ਸਤਰ ਵਿੱਚ ਅਸੀਂ ਅਖਬਾਰ ਦਾ ਨਾਮ ਲਿਖਾਂਗੇ ਕਿ ਜਿਸ ਅਖਬਾਰ ਨੂੰ ਅਸੀਂ ਇਹ ਪੱਤਰ ਲਿਖਣਾ ਹੈ।
ਤਾਂ ਉਸ ਦਾ ਅਸੀਂ ਨਾਮ ਲਿਖਾਂਗੇ। ਜਿਵੇਂ ਅੱਜ ਅਸੀਂ ਇੱਥੇ ਲਿਖ ਰਹੇ ਹਾਂ ਰੋਜ਼ਾਨਾ ਅਜੀਤ, ਅਸੀਂ ਅਜੀਤ ਅਖਬਾਰ ਨੂੰ ਲਿਖ ਰਹੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਕੌਮਾ ਲਗਾਵਾਂਗੇ। ਉਸ ਤੋਂ ਬਾਅਦ ਅਸੀਂ ਅਜੀਤ ਅਖਬਾਰ ਦਾ ਪਤਾ ਲਿਖਾਂਗੇ, ਨਹਿਰੂ ਗਾਰਡਨ ਰੋਡ, ਕੌਮਾ। ਇਸ ਤੋਂ ਬਾਅਦ ਅਗਲੀ ਸਤਰ ਦੇ ਵਿੱਚ ਅਸੀਂ ਜਲੰਧਰ ਲਿਖਾਂਗੇ, ਸ਼ਹਿਰ ਦਾ ਨਾਮ ਲਿਖਾਂਗੇ ਜਿੱਥੋਂ ਕਿ ਇਹ ਅਖਬਾਰ ਪ੍ਰਕਾਸ਼ਿਤ ਹੁੰਦਾ ਹੈ। ਉਸ ਤੋਂ ਬਾਅਦ ਜਲੰਧਰ ਲਿਖਣ ਤੋਂ ਬਾਅਦ ਅਸੀਂ ਉੱਥੇ ਡੰਡੀ ਲਗਾ ਦੇਵਾਂਗੇ। ਇਹ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਕਿਸੇ ਹੋਰ ਅਖਬਾਰ ਦੇ ਸੰਪਾਦਕ ਨੂੰ ਵੀ ਪੱਤਰ ਲਿਖ ਸਕਦੇ ਹੋ। ਉਦਾਹਰਨ ਦੇ ਤੌਰ ਤੇ ਤੁਸੀਂ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਸਕਦੇ ਹੋ। ਬੱਚਿਓ, ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿਹੜੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਚਾਹੁੰਦੇ ਹੋ। ਪਰ ਦੂਜੀ ਗੱਲ ਬਹੁਤ ਧਿਆਨ ਵਿੱਚ ਰੱਖਣੀ ਹੈ ਕਿ ਤੁਸੀਂ ਜਿਸ ਵੀ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋਗੇ, ਹਰ ਇੱਕ ਅਖਬਾਰ ਦਾ ਜਿਹੜਾ ਪਤਾ ਹੈ ਉਹ ਅਲੱਗ-ਅਲੱਗ ਹੈ। ਇਸ ਕਰਕੇ ਹਰ ਇੱਕ ਪੱਤਰ ਵਿੱਚ ਜਲੰਧਰ ਨਹੀਂ ਲਿਖਣਾ ਹੈ। ਜੇਕਰ ਤੁਸੀਂ ਜਗਬਾਣੀ ਲਿਖੋਗੇ ਤਾਂ ਉਸ ਦਾ ਪਤਾ ਅਲੱਗ ਹੋਏਗਾ, ਪੰਜਾਬੀ ਟ੍ਰਿਬਿਊਨ ਦਾ ਪਤਾ ਅਲੱਗ ਹੋਏਗਾ, ਸਪੋਕਸਮੈਨ ਦਾ ਪਤਾ ਅਲੱਗ ਹੋਏਗਾ। ਤਾਂ ਚਲੋ ਅਗਲੀ ਗੱਲ ਵੱਲ ਵਧਦੇ ਹਾਂ। ਅਗਲੀ ਲਾਈਨ ਵਿੱਚ ਅਸੀਂ ਜਿਸ ਬਾਰੇ ਪੱਤਰ ਲਿਖ ਰਹੇ ਹਾਂ, ਜੋ ਸਾਡਾ ਵਿਸ਼ਾ ਹੈ, ਅਸੀਂ ਉਹ ਇੱਕ ਲਾਈਨ ਦੇ ਵਿੱਚ ਉਸ ਨੂੰ ਡਿਫਾਈਨ ਕਰ ਦੇਣਾ ਹੈ, ਉਸ ਨੂੰ ਪਰਿਭਾਸ਼ਿਤ ਕਰਨਾ ਹੈ। ਜਿਵੇਂ ਕਿ ਅੱਜ ਸਾਡਾ ਵਿਸ਼ਾ ਹੈ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਹੋ ਰਹੀ ਮਿਲਾਵਟ ਸੰਬੰਧੀ। ਤਾਂ ਅਸੀਂ ਵਿਸ਼ਾ ਲਿਖ ਕੇ ਉਸ ਤੋਂ ਬਾਅਦ ਪੂਰਨ ਵਿਸ਼ਰਾਮ ਭਾਵ ਡੰਡੀ ਲਗਾਉਣਾ ਨਹੀਂ ਭੁੱਲਣਾ। ਇੱਥੇ ਅਸੀਂ ਡੰਡੀ ਜ਼ਰੂਰ ਲਗਾਉਣੀ ਹੈ। ਬੱਚਿਓ, ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਚਿੱਠੀ ਪੱਤਰ ਲਿਖਦੇ ਸਮੇਂ ਕੌਮੇ ਪੂਰਨ ਵਿਸ਼ਰਾਮ 'ਚ ਡੰਡੀ ਦੀ ਵਰਤੋਂ ਯੋਗ ਨਹੀਂ ਕਰਦੇ, ਸਹੀ ਨਹੀਂ ਕਰਦੇ। ਇਹ ਬਹੁਤ ਗਲਤ ਤਰੀਕਾ ਹੈ। ਤਾਂ ਪੇਪਰ ਦੀ ਦ੍ਰਿਸ਼ਟੀ ਤੋਂ ਇਸ ਦੇ ਸਾਡੇ ਜਿਹੜੇ ਆ ਉਹ ਨੰਬਰ ਕੱਟੇ ਜਾ ਸਕਦੇ ਆ, ਕੱਟੇ ਵੀ ਜਾਣਗੇ। ਇਸ ਕਰਕੇ ਤੁਸੀਂ ਜਿਹੜਾ ਇਹਨਾਂ ਵਿਸ਼ਰਾਮ ਚਿੰਨ੍ਹਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਤਾਂ ਆਓ ਅਗਲੀ ਗੱਲ ਕਰਦੇ ਹਾਂ। ਅਗਲੀ ਸਤਰ ਦੇ ਵਿੱਚ ਅਸੀਂ ਜਿਸ ਅਧਿਕਾਰੀ ਨੂੰ ਲਿਖ ਰਹੇ ਹਾਂ ਪੱਤਰ, ਉਸ ਨੂੰ ਅਸੀਂ ਸੰਬੋਧਿਤ ਕਰਾਂਗੇ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਲਿਖ ਕੇ। ਅਗਲੀ ਸਤਰ ਵਿੱਚ ਅਸੀਂ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਲਿਖਾਂਗੇ। ਜੇਕਰ ਸਾਨੂੰ ਪਤਾ ਹੋਵੇ ਕਿ ਜੋ ਉੱਚ ਅਧਿਕਾਰੀ ਹੈ ਉਹ ਪੁਰਸ਼ ਹੈ ਤਾਂ ਅਸੀਂ ਉੱਤੇ ਸ਼੍ਰੀਮਾਨ ਜੀ ਲਿਖਾਂਗੇ, ਅਤੇ ਜੇਕਰ ਸਾਨੂੰ ਪਤਾ ਹੋਵੇ ਕਿ ਉਹ ਉੱਚ ਅਧਿਕਾਰੀ ਇਸਤਰੀ ਹੈ ਤਾਂ ਅਸੀਂ ਸ਼੍ਰੀਮਤੀ ਜੀ ਲਿਖਾਂਗੇ। ਪਰ ਜੇਕਰ ਸਾਨੂੰ ਨਹੀਂ ਪਤਾ ਕਿ ਉੱਚ ਅਧਿਕਾਰੀ ਪੁਰਸ਼ ਹੈ ਜਾਂ ਇਸਤਰੀ ਹੈ ਤਾਂ ਅਸੀਂ ਉੱਤੇ ਸ਼੍ਰੀਮਾਨ ਜੀ ਅਤੇ ਸ਼੍ਰੀਮਤੀ ਜੀ ਦੋਵੇਂ ਲਿਖ ਕੇ ਉਸ ਤੋਂ ਬਾਅਦ ਕੌਮਾ ਲਗਾ ਦੇਣਾ। ਤਾਂ ਉਸ ਤੋਂ ਬਾਅਦ ਅਗਲੀ ਸਤਰ ਵਿੱਚ ਅਸੀਂ ਹੁਣ ਆਪਣੇ ਪੱਤਰ ਵਿੱਚ ਜੋ ਲਿਖਣਾ ਹੈ, ਭਾਵ ਕਿ ਅਸੀਂ ਜੋ ਬੇਨਤੀ ਕਰਨੀ ਹੈ, ਜੋ ਅਸੀਂ ਆਪਣੀ ਮੰਗ ਮਨਵਾਉਣੀ ਹੈ, ਜਾਂ ਅਸੀਂ ਜਿਸ ਸਮੱਸਿਆ ਬਾਰੇ ਅਧਿਕਾਰੀ ਨੂੰ ਜਾਣਕਾਰੀ ਦੇਣੀ ਹੈ, ਅਸੀਂ ਉਹ ਲਿਖਾਂਗੇ। ਤਾਂ ਅੱਜ ਅਸੀਂ ਇੱਥੇ ਲਿਖ ਰਹੇ ਹਾਂ ਮਿਲਾਵਟ ਬਾਰੇ, ਵੱਖ-ਵੱਖ ਚੀਜ਼ਾਂ ਵਿੱਚ ਮਿਲਾਵਟ ਬਾਰੇ। ਤਾਂ ਇੱਥੇ ਅਸੀਂ ਲਿਖਾਂਗੇ ਕਿ ਮੈਂ ਆਪਣੇ ਇਸ ਪੱਤਰ ਦੁਆਰਾ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਹੁੰਦੀ ਮਿਲਾਵਟ ਵੱਲ ਸਰਕਾਰ ਅਤੇ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਅੱਜ ਕੱਲ੍ਹ ਸਾਡੇ ਦੇਸ਼ ਵਿੱਚ ਕੁਝ ਵਪਾਰੀ ਅਤੇ ਦੁਕਾਨਦਾਰ ਵਧੇਰੇ ਮੁਨਾਫੇ ਲਈ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰ ਰਹੇ ਹਨ। ਕਿ ਅੱਜ ਦੇਸ਼ ਵਿੱਚ ਜਿਹੜੇ ਸਾਡੇ ਵਪਾਰੀ ਨੇ, ਕੁਝ ਦੁਕਾਨਦਾਰ ਨੇ, ਉਹ ਵਧੇਰੇ ਮੁਨਾਫੇ ਲਈ, ਮੁਨਾਫੇ ਦਾ ਅਰਥ ਹੈ ਬੱਚੋ ਲਾਭ ਲਈ, ਬਥੇਰੇ ਲਾਭ ਲਈ ਜਿਹੜੀ ਹੈ ਚੀਜ਼ਾਂ ਵਿੱਚ, ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਜਿਹੜੀ ਉਹ ਕਰ ਰਹੇ ਨੇ। ਅੱਗੇ ਦੇਖਦੇ ਹਾਂ ਬੱਚੋ ਕਿ ਹੁਣ ਚੀਜ਼ਾਂ ਵਿੱਚ ਮਿਲਾਵਟ ਕਿਸ ਤਰ੍ਹਾਂ ਦੀ ਹੋ ਰਹੀ ਹੈ। ਅੱਗੇ ਅਸੀਂ ਹੁਣ ਦੇਖਾਂਗੇ ਕਿ ਚੀਜ਼ਾਂ ਵਿੱਚ ਮਿਲਾਵਟ ਕਿਸ ਤਰ੍ਹਾਂ ਦੀ ਹੋ ਰਹੀ ਹੈ। ਕਿ ਦੇਸੀ ਘਿਓ ਦੀ ਕਹਿ ਕੇ ਵੇਚੀ ਜਾਂਦੀ ਮਠਿਆਈ ਅਕਸਰ ਬਨਾਵਟੀ ਘਿਓ ਦੁਆਰਾ ਤਿਆਰ ਕੀਤੀ ਜਾਂਦੀ ਹੈ। ਭਾਵ ਕਿ ਦੇਸੀ ਘਿਓ ਦੇ ਵਿੱਚ ਜਿਹੜਾ ਮਿਲਾਵਟੀ ਘਿਓ ਉਹ ਜਿਹੜਾ ਮਿਕਸ ਕਰ ਦਿੱਤਾ ਜਾਂਦਾ ਹੈ, ਉਹਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਕੇਸਰ ਦੇ ਬਣੇ ਆਖੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਹੀ ਮਿਲਾਇਆ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਦੇ ਲਾਲਚੀ ਲੋਕ ਮਨੁੱਖੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਭਾਵ ਕਿ ਦੇਸੀ ਘਿਓ ਦੇ ਵਿੱਚ ਵੀ ਮਿਲਾਵਟ ਹੋ ਰਹੀ ਹੈ, ਉਹਦੇ ਵਿੱਚ ਬਨਾਵਟੀ ਦੇਸੀ ਘਿਓ ਪਾਇਆ ਜਾਂਦਾ। ਕੇਸਰ ਦੇ ਬਣੇ ਆਖੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਮਿਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਲਾਲਚੀ ਲੋਕ ਨੇ ਉਹ ਮਨੁੱਖੀ ਸਿਹਤ ਦੇ ਨਾਲ ਸ਼ਰੇਆਮ ਜਿਹੜਾ ਉਹ ਖਿਲਵਾੜ ਕਰ ਰਹੇ ਨੇ, ਉਹਦੇ ਨਾਲ ਖੇਡ ਰਹੇ ਨੇ। ਇਹ ਬਹੁਤੀ ਚੰਗੀ ਗੱਲ ਨਹੀਂ ਹੈ। ਹਾਂ, ਹੁਣ ਅਸੀਂ ਆਪਣੀ ਕੋਈ ਘਟਨਾ ਜਿਹੜੀ ਸਾਡੇ ਨਾਲ ਵਾਪਰੀ ਕਿ ਜਿਹਦੇ 'ਚ ਸਾਨੂੰ ਮਿਲਾਵਟ ਬਾਰੇ ਪਤਾ ਲੱਗਿਆ, ਅਸੀਂ ਉਹ ਆਪਣੀ ਸਾਂਝੀ ਕਰ ਸਕਦੇ ਹਾਂ, ਜਿਹਦੇ ਨਾਲ ਕਿ ਸਾਡਾ ਪੱਤਰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣੇਗਾ। ਜਿਸ ਤਰ੍ਹਾਂ ਕਿ ਅਸੀਂ ਇੱਥੇ ਘਟਨਾ ਬਿਆਨ ਕਰ ਰਹੇ ਹਾਂ। ਕੱਲ੍ਹ ਦੀ ਹੀ ਗੱਲ ਹੈ ਕਿ ਮੇਰੇ ਮਾਤਾ ਜੀ ਬਾਜ਼ਾਰ ਵਿੱਚੋਂ ਘਰ ਲਈ ਰਾਸ਼ਨ ਖਰੀਦ ਕੇ ਲਿਆਏ। ਘਰ ਜਾ ਕੇ ਵੇਖਿਆ ਕਿ ਦਾਲਾਂ ਵਿੱਚ ਬਰੀਕ ਕੰਕਰ ਕਾਫੀ ਮਾਤਰਾ ਵਿੱਚ ਰਲੇ ਹੋਏ ਸਨ। ਚਾਹ ਪੱਤੀ ਵਿੱਚ ਲੋਹ ਚੂਰਨ ਮਿਲਿਆ ਹੋਇਆ ਸੀ।
ਦੇਸੀ ਘਿਓ ਵਿੱਚ ਬਨਾਵਟੀ ਘਿਓ ਮਿਲਾਇਆ ਪ੍ਰਤੀਤ ਹੁੰਦਾ ਸੀ। ਅਸੀਂ ਇਸ ਸੰਬੰਧੀ ਉਪਭੋਗਤਾ ਸੁਰੱਖਿਆ ਵਿਭਾਗ ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਭਾਵ ਕਿ ਹੁਣ ਅਸੀਂ ਇੱਥੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਕੱਲ੍ਹ ਮੇਰੇ ਮਾਤਾ ਜੀ ਰਾਸ਼ਨ ਖਰੀਦ ਕੇ ਲਿਆਏ, ਉਹਦੇ ਵਿੱਚੋਂ ਦਾਲਾਂ ਵਿੱਚੋਂ ਬਰੀਕ ਕੰਕਰ ਮਿਲੇ ਹੋਏ ਸੀ, ਚਾਹ ਪੱਤੀ ਵਿੱਚ ਲੋਹ ਚੂਰਨ ਮਿਲਿਆ ਹੋਇਆ ਸੀ, ਦੇਸੀ ਘਿਓ ਵਿੱਚ ਬਨਾਵਟੀ ਘਿਓ ਮਿਲਾਇਆ ਪ੍ਰਤੀਤ ਹੁੰਦਾ ਹੈ। ਤਾਂ ਭਾਵ ਕਿ ਅਸੀਂ ਇੱਥੇ ਸਾਰੀ ਸਮੱਸਿਆ ਸੀ ਜਿਹੜੀ ਉਹਨੂੰ ਆਪਣੀ ਨੂੰ ਸੰਪਾਦਕ ਅੱਗੇ ਜਿਹੜਾ ਉਹ ਪੇਸ਼ ਕੀਤਾ ਆਪਣੇ ਪੱਤਰ ਵਿੱਚ। ਅੱਗੇ ਦੇਖੋ ਹੁਣ, ਦੁੱਧ, ਪਨੀਰ, ਖੋਏ ਅਤੇ ਮਿਠਾਈ ਨੂੰ ਤਿਆਰ ਕਰਨ ਵਾਲੀਆਂ ਫੈਕਟਰੀਆਂ ਦੇ ਫੜੇ ਜਾਣ ਦੀਆਂ ਖਬਰਾਂ ਅਖਬਾਰਾਂ ਅਤੇ ਟੀਵੀ ਚੈਨਲਾਂ ਰਾਹੀਂ ਜੱਗ ਜ਼ਾਹਿਰ ਹੋ ਰਹੀਆਂ ਹਨ, ਪਰੰਤੂ ਇਹਨਾਂ ਦੋਸ਼ੀਆਂ 'ਤੇ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ। ਜਿੱਦਾਂ ਕਿ ਬੱਚੋ ਜਿਹੜਾ ਪੰਜਾਬ ਹੈ ਇਹ ਤਿਉਹਾਰਾਂ ਦਾ ਦੇਸ਼ ਹੈ। ਬਹੁਤੀ ਵਾਰੀ ਕਿਹਾ ਜਾਂਦਾ ਕਿ ਪੰਜਾਬੀ ਇਸ ਦੁਨੀਆ ਵਿੱਚ ਜਿਹੜੇ ਆਏ ਤਿਉਹਾਰ ਮਨਾਉਣ ਨੇ, ਨਿੱਤ ਕੋਈ ਨਾ ਕੋਈ ਤਿਉਹਾਰ ਰਹਿੰਦਾ। ਤਾਂ ਤਿਉਹਾਰਾਂ ਨੂੰ ਜਿਹੜੇ ਪੰਜਾਬੀ ਨੇ, ਆਪਣੇ ਤਿਉਹਾਰਾਂ ਨੂੰ ਪੰਜਾਬੀ ਬੜੇ ਉਤਸ਼ਾਹ ਨਾਲ, ਖੁਸ਼ੀ ਨਾਲ ਮਾਣਦੇ ਨੇ, ਬਹੁਤ ਖੁਸ਼ੀ ਨਾਲ ਮਨਾਉਂਦੇ ਨੇ ਉਹਨਾਂ ਨੂੰ। ਤਾਂ ਅਸੀਂ ਦੇਖਿਆ ਕਿ ਬੱਚਿਓ ਅਕਸਰ ਅਸੀਂ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਅਖਬਾਰਾਂ ਦੇ ਵਿੱਚ, ਇਹ ਸੁਰਖੀਆਂ ਦੇ ਵਿੱਚ ਹੁੰਦਾ ਕਿ ਫਲਾਣੇ ਹਲਵਾਈ ਕੋ ਇੰਨਾ ਬਨਾਵਟੀ ਘਿਓ ਮਿਲ ਗਿਆ, ਫਲਾਣੇ ਸ਼ਹਿਰ ਦੇ ਵਿੱਚ ਇੰਨਾ ਬਨਾਵਟੀ ਜਿਹੜਾ ਖੋਆ ਮਿਲਿਆ, ਇੰਨਾ ਬਨਾਵਟੀ ਦੁੱਧ ਮਿਲਿਆ, ਹੈ ਨਾ। ਇਹ ਸਾਰੀਆਂ ਅਸੀਂ ਖਬਰਾਂ ਆਮ ਪੜ੍ਹਦੇ ਹਾਂ ਤਿਉਹਾਰਾਂ ਦੇ ਦਿਨਾਂ ਵਿੱਚ, ਕਿਉਂਕਿ ਉਹਨਾਂ ਦਿਨਾਂ ਵਿੱਚ ਮਿਠਾਈਆਂ ਦੀ ਜਿਹੜੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹਰ ਇੱਕ ਜਿਹੜਾ ਘਰਾਂ ਦੇ ਵਿੱਚ ਉਹਨਾਂ ਦਿਨਾਂ ਵਿੱਚ ਮਿਠਾਈਆਂ ਲੋਕ ਲੈ ਕੇ ਆਉਂਦੇ ਆ, ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਆ, ਹੈ ਨਾ। ਅਸੀਂ ਸੰਪਾਦਕ ਸਾਹਿਬ ਨੂੰ ਕਹਿ ਰਹੇ ਕਿ ਅਸੀਂ ਇਹ ਉੱਤਰ ਇਸੇ ਕਰਕੇ ਤੁਹਾਨੂੰ ਲਿਖ ਰਹੇ ਹਾਂ ਤਾਂ ਕਿ ਇਹਨਾਂ 'ਤੇ ਕੋਈ ਕਾਰਵਾਈ ਹੋਵੇ। ਮੇਰਾ ਸੁਝਾਅ ਹੈ, ਹੁਣ ਅਸੀਂ ਸੁਝਾਅ ਵੀ ਦੇ ਸਕਦੇ ਹਾਂ ਜਿਹੜੇ ਸੰਪਾਦਕ ਸਾਹਿਬ ਨੂੰ ਅਸੀਂ ਇਹਦੇ ਵਿੱਚ, ਕਿ ਮੇਰਾ ਸੁਝਾਅ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇ ਮਾਰ ਕੇ ਉਹਨਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੇ ਨਮੂਨੇ ਭਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕ ਮਿਲਾਵਟ ਨਾ ਕਰ ਸਕਣ। ਪੁਲਿਸ ਨੂੰ ਸਾਡੀ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਮਨੁੱਖੀ ਸਿਹਤ, ਚੰਦ ਪੈਸਿਆਂ ਦੇ ਬਦਲੇ ਜਿਹੜੇ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤਾਂ ਜੋ ਉਹ ਨਾ ਕਰਨ। ਅਸੀਂ ਇੱਥੇ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਉੱਪਰ, ਮਿਲਾਵਟ ਕਰ ਰਹੇ ਦੋਸ਼ੀਆਂ ਦੇ ਉੱਪਰ ਜਿਹੜੀ ਹੈ ਸਖਤ ਕਾਰਵਾਈ ਸਾਡੇ ਸੰਬੰਧਿਤ ਅਧਿਕਾਰੀ ਨੇ ਤਾਂ ਜਿਹੜੇ ਜਨਤਾ ਦੇ ਆਗੂ ਨੇ ਉਹ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਸੰਭਵ ਯਤਨ ਕਰਨਗੇ। ਤਾਂ ਫਿਰ ਹੁਣ ਅਸੀਂ ਇਹ ਪੱਤਰ ਇੱਥੇ ਜਿਹੜਾ ਉਹ ਆਪਣਾ ਵਿਸ਼ਾ ਸੀ ਜੋ ਅਸੀਂ ਉਹਨੂੰ ਮੁਕਾ ਲਿਆ ਹੈ। ਬੱਚੋ, ਆਪ ਜੀ ਦਾ ਵਿਸ਼ਵਾਸ ਪੱਤਰ ਲਿਖਣ ਤੋਂ ਬਾਅਦ ਅਸੀਂ ਕੌਮਾ ਲਗਾਵਾਂਗੇ। ਉਸ ਤੋਂ ਅਗਲੇ ਸਤਰ ਵਿੱਚ ਅਸੀਂ ਆਪਣਾ ਨਾਮ ਅਤੇ ਆਪਣੇ ਪਿਤਾ ਜੀ ਦਾ ਨਾਮ ਲਿਖਾਂਗੇ। ਪਿਤਾ ਜੀ ਦਾ ਨਾਮ ਲਿਖਣ ਤੋਂ ਬਾਅਦ ਅਸੀਂ ਕੌਮਾ ਲਗਾਵਾਂਗੇ। ਉਸ ਤੋਂ ਅਗਲੀ ਸਤਰ ਵਿੱਚ ਅਸੀਂ ਪਿੰਡ ਦਾ ਨਾਮ, ਆਪਣੀ ਤਹਿਸੀਲ ਦਾ ਨਾਮ, ਉਸ ਤੋਂ ਬਾਅਦ ਕੌਮਾ ਲਗਾਵਾਂਗੇ। ਉਸ ਤੋਂ ਬਾਅਦ ਅਸੀਂ ਜ਼ਿਲ੍ਹੇ ਦਾ ਨਾਮ ਲਿਖਾਂਗੇ। ਜ਼ਿਲ੍ਹੇ ਦੇ ਨਾਮ ਲਿਖਣ ਤੋਂ ਬਾਅਦ ਅਸੀਂ ਉੱਤੇ ਡੰਡੀ ਲਗਾਵਾਂਗੇ ਤੇ ਉਸ ਤੋਂ ਅਗਲੀ ਸਤਰ ਵਿੱਚ ਅਸੀਂ ਮਿਤੀ ਲਿਖ ਕੇ ਇਸ ਨੂੰ ਪੱਤਰ ਨੂੰ ਬੰਦ ਕਰ ਦੇਵਾਂਗੇ, ਖਤਮ ਕਰ ਦੇਵਾਂਗੇ। ਬੱਚਿਓ, ਹੁਣ ਆਪਾਂ ਪੱਤਰ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਕਰਦੇ ਹਾਂ। ਤਾਂ ਬੱਚਿਓ, ਪਹਿਲਾ ਸਵਾਲ ਹੈ, ਪੱਤਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਸਰ, ਪੱਤਰ 3 ਤਰ੍ਹਾਂ ਦੇ ਹੁੰਦੇ ਹਨ: ਨਿੱਜੀ ਪੱਤਰ, ਸਰਕਾਰੀ ਪੱਤਰ ਅਤੇ ਵਪਾਰਕ ਪੱਤਰ। ਸ਼ਾਬਾਸ਼ ਪੁੱਤਰ, ਬਿਲਕੁਲ ਸਹੀ ਜਵਾਬ। ਪੱਤਰ 3 ਤਰ੍ਹਾਂ ਦੇ ਹੁੰਦੇ ਹਨ: ਨਿੱਜੀ ਪੱਤਰ, ਦਫ਼ਤਰੀ ਪੱਤਰ ਅਤੇ ਵਪਾਰਕ ਪੱਤਰ। ਤਾਂ ਬੱਚਿਓ, ਅਗਲਾ ਸਵਾਲ ਹੈ, ਕੀ ਸੇਵਾ ਵਿਖੇ ਤੋਂ ਬਾਅਦ ਕੌਮਾ ਲਗਾਇਆ ਜਾਂਦਾ ਹੈ? शाबाश पुत्र, बहुत अच्छे। सेवा विखे तो बाद कॉमा नहीं लगाया जाता। तो बच्चों, आखिरी सवाल है कि पत्र के अंत उत्ते मिति लिखना जरूरी है? हाँ जी सर, पत्र के अंत ते मिति लिखनी जरूरी है। शाबाश पुत्र, वैरी गुड, सही जवाब। बच्चों, हुण असीं इस पत्र की दोहराई करते हाँ। बच्चों, पहली सदर विच सेवा विखे लिखांगे,
ਉਸ ਤੋਂ ਅਗਲੀ ਸਤਰ ਵਿੱਚ ਅਸੀਂ ਜਿਸ ਅਧਿਕਾਰੀ ਨੂੰ ਪੱਤਰ ਲਿਖਣਾ ਹੈ ਉਸ ਦਾ ਅਹੁਦਾ ਲਿਖਾਂਗੇ। ਉਸ ਤੋਂ ਬਾਅਦ ਕੌਮਾ ਲਗਾ ਦੇਵਾਂਗੇ। ਉਸ ਤੋਂ ਅਗਲੀ ਸਤਰ ਵਿੱਚ ਉਸ ਅਧਿਕਾਰੀ ਦਾ ਪਤਾ ਲਿਖ ਦੇਵਾਂਗੇ। ਜਿਵੇਂ ਕਿ ਬੱਚਿਓ, ਅਸੀਂ ਇਹ ਪੱਤਰ ਰੋਜ਼ਾਨਾ ਅਜੀਤ ਅਖਬਾਰ ਦੇ ਸੰਪਾਦਕ ਨੂੰ ਲਿਖਿਆ ਹੈ, ਤਾਂ ਅਸੀਂ ਇੱਥੇ ਲਿਖਾਂਗੇ ਸੇਵਾ ਵਿਖੇ ਸੰਪਾਦਕ ਸਾਹਿਬ, ਰੋਜ਼ਾਨਾ ਅਜੀਤ, ਨਹਿਰੂ ਗਾਰਡਨ ਰੋਡ, ਜਲੰਧਰ। ਅਸੀਂ ਅਖਬਾਰ ਦੇ ਸੰਪਾਦਕ ਦਾ ਅਹੁਦਾ ਅਤੇ ਉਸ ਦਾ ਪਤਾ ਲਿਖ ਦਿੱਤਾ ਹੈ। ਬੱਚਿਓ, ਅਗਲੀ ਸਤਰ ਵਿੱਚ ਤੁਸੀਂ ਵਿਸ਼ਾ ਲਿਖਣਾ ਹੈ, ਭਾਵ ਕਿ ਤੁਸੀਂ ਕਿਸ ਵਿਸ਼ੇ ਬਾਰੇ ਚਿੱਠੀ ਲਿਖ ਰਹੇ ਹੋ। ਤਾਂ ਅੱਜ ਸਾਡਾ ਵਿਸ਼ਾ ਸੀ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਹੋ ਰਹੀ ਮਿਲਾਵਟ ਸੰਬੰਧੀ। ਬੱਚਿਓ, ਵਿਸ਼ਾ ਲਿਖਣ ਤੋਂ ਬਾਅਦ ਅਗਲੀ ਸਤਰ ਵਿੱਚ ਅਸੀਂ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਲਿਖਾਂਗੇ। ਜੇਕਰ ਅਧਿਕਾਰੀ ਪੁਰਸ਼ ਹੈ ਤਾਂ ਸ਼੍ਰੀਮਾਨ ਜੀ, ਅਤੇ ਜੇਕਰ ਅਧਿਕਾਰੀ ਇਸਤਰੀ ਹੈ ਤਾਂ ਸ਼੍ਰੀਮਤੀ ਜੀ ਲਿਖਾਂਗੇ, ਅਤੇ ਲਿਖਣ ਤੋਂ ਬਾਅਦ ਕੌਮਾ ਜ਼ਰੂਰ ਲਗਾਵਾਂਗੇ। ਬੱਚਿਓ, ਇਸ ਤੋਂ ਅਗਲੀ ਸਤਰ ਵਿੱਚ ਹੁਣ ਅਸੀਂ ਆਪਣਾ ਸਾਰਾ ਵਿਸ਼ਾ ਵਿਸਥਾਰ ਪੂਰਵਕ ਸੰਬੰਧਿਤ ਅਧਿਕਾਰੀ ਨੂੰ ਲਿਖਾਂਗੇ। ਉਸ ਵਿੱਚ ਆਪਣੀ ਜੋ ਵੀ ਸਮੱਸਿਆ ਹੈ ਅਤੇ ਅਸੀਂ ਜੋ ਵੀ ਸਮਾਧਾਨ ਚਾਹੁੰਦੇ ਹਾਂ, ਅਸੀਂ ਉਸ ਅਧਿਕਾਰੀ ਨੂੰ ਪੱਤਰ ਵਿੱਚ ਲਿਖ ਸਕਦੇ ਹਾਂ। ਬੱਚਿਓ, ਆਪਣਾ ਸਾਰਾ ਵਿਸ਼ਾ ਲਿਖਣ ਤੋਂ ਬਾਅਦ ਅਗਲੀ ਸਤਰ ਵਿੱਚ ਅਸੀਂ ਆਪ ਜੀ ਦਾ ਵਿਸ਼ਵਾਸ ਪੱਤਰ ਲਿਖਾਂਗੇ। ਆਪ ਜੀ ਦਾ ਵਿਸ਼ਵਾਸ ਪੱਤਰ ਲਿਖਣ ਤੋਂ ਬਾਅਦ ਕੌਮਾ ਲਗਾ ਦੇਣਾ ਹੈ। ਉਸ ਤੋਂ ਅਗਲੀ ਸਤਰ ਵਿੱਚ ਆਪਣਾ ਨਾਮ, ਆਪਣੇ ਪਿਤਾ ਦਾ ਨਾਮ ਲਿਖਣ ਤੋਂ ਬਾਅਦ ਫਿਰ ਕੌਮਾ ਲਗਾ ਦੇਣਾ ਹੈ। ਨਾਮ ਅਤੇ ਪਿਤਾ ਦਾ ਨਾਮ ਲਿਖਣ ਤੋਂ ਬਾਅਦ ਉੱਤਰ ਅਗਲੀ ਸਤਰ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਲਿਖਣਾ ਹੈ। ਪਿੰਡ ਦਾ ਨਾਮ ਲਿਖਣ ਤੋਂ ਬਾਅਦ ਕੌਮਾ। ਤਹਿਸੀਲ ਦਾ ਨਾਮ ਲਿਖਣਾ ਹੈ। ਤਹਿਸੀਲ ਦਾ ਨਾਮ ਲਿਖਣ ਤੋਂ ਬਾਅਦ ਕੌਮਾ। ਉਸ ਤੋਂ ਬਾਅਦ ਅਗਲੀ ਸਤਰ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਲਿਖਣਾ ਹੈ। ਜ਼ਿਲ੍ਹੇ ਦਾ ਨਾਮ ਲਿਖਣ ਤੋਂ ਬਾਅਦ ਕੌਮਾ ਨਹੀਂ ਲਗਾਉਣਾ, ਟੰਡੀ ਲਗਾਉਣੀ ਹੈ। ਤਾਂ ਉਸ ਤੋਂ ਅਗਲੀ ਸਤਰ ਵਿੱਚ ਤੁਸੀਂ ਮਿਤੀ ਲਿਖਣੀ ਹੈ, ਅਤੇ ਮਿਤੀ ਲਿਖਣ ਤੋਂ ਬਾਅਦ ਤੁਹਾਡਾ ਪੱਤਰ ਖਤਮ ਹੋ ਜਾਵੇਗਾ। ਬੱਚਿਓ, ਹੁਣ ਮੈਂ ਤੁਹਾਨੂੰ ਅਭਿਆਸ ਕਰਨ ਲਈ ਇੱਕ ਪੱਤਰ ਦਿੰਦਾ ਹਾਂ, ਤਾਂ ਕਾਪੀ ਪੈਨ ਕੱਢ ਕੇ ਨੋਟ ਕਰ ਲਵੋ। ਸਾਡੇ ਸ਼ਹਿਰ ਵਿੱਚ ਬੱਚਿਆਂ 'ਤੇ ਚੁੱਕੇ ਜਾਣ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਤਾਂ ਜੋ ਲੋਕ ਸੁਚੇਤ ਹੋ ਜਾਣ ਅਤੇ ਸਰਕਾਰ ਇਸ ਬਾਰੇ ਉਚਿਤ ਕਾਰਵਾਈ ਕਰੇ। ਬੱਚਿਓ, ਇਸ ਪੱਤਰ ਨੂੰ ਤੁਸੀਂ ਘਰੋਂ ਲਿਖ ਕੇ ਜ਼ਰੂਰ ਲੈ ਕੇ ਆਉਣਾ ਹੈ। ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਹਦੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ। ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ। ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ। ਬੱਚਿਓ, ਇਹਨਾਂ ਲਫ਼ਜ਼ਾਂ ਨਾਲ ਮੈਂ ਵਿਦਾ ਲੈਂਦਾ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।